ਹੈਲੋ ਫਰੈਂਡਸ, ਸਾਡੇ ਇਸ YouTube ਚੈਨਲ ਦੀ ਸਟੱਡੀ ਮੀਟਰ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਪੋਸਟਾਂ ਦੀ ਭਰਤੀ ਲਈ ਜੋ ਐਗਜ਼ਾਮ ਹੋਣ ਜਾ ਰਿਹਾ, ਆਪਾਂ ਉਸ ਦੇ ਸਿਲੇਬਸ ਦੇ ਅਕੋਰਡਿੰਗ ਕੁਆਂਟੀਟਿਵ ਐਬਿਲਿਟੀ ਦੀਆਂ ਵੀਡੀਓਜ਼ ਦੀ ਸੀਰੀਜ਼ ਸਟਾਰਟ ਕੀਤੀ ਸੀ। ਇਸ ਐਗਜ਼ਾਮ ਦੇ ਵਿੱਚ 30 ਮਾਰਕਸ ਦਾ ਕੁਆਂਟੀਟਿਵ ਐਬਿਲਿਟੀ ਦਾ ਪੋਰਸ਼ਨ ਹੋਏਗਾ। ਇਹ ਵੀਡੀਓਜ਼ 30 ਮਾਰਕਸ ਦਾ ਪੋਰਸ਼ਨ ਕਵਰ ਕਰਨ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ, ਕਿਉਂਕਿ ਇਹਨਾਂ ਵੀਡੀਓਜ਼ ਦੇ ਵਿੱਚ ਸਿਲੇਬਸ ਦੇ ਅਕੋਰਡਿੰਗ ਹਰ ਟਾਈਪ ਦੇ ਕੁਐਸਚਨਸ ਕਵਰ ਕੀਤੇ ਜਾ ਰਹੇ ਹੈ। ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਵੀਡੀਓਜ਼ ਦੇਖਦੇ ਹੋਏ ਆਪਣੇ ਨਾਲ ਕਾਪੀ ਪੈਨ ਲੈ ਲਓ ਅਤੇ ਨਾਲ ਕੁਐਸਚਨ ਸੋਲਵ ਕਰੋ, ਤਾਂ ਜੋ ਨਾਲ ਤੁਹਾਡੀ ਪ੍ਰੈਕਟਿਸ ਵੀ ਹੋ ਜਾਏ। ਸਿਲੇਬਸ ਦੇ ਵਿੱਚ ਦਿੱਤੇ ਅਨੁਸਾਰ ਪਹਿਲੇ 12 ਪਾਰਟ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਜੇਕਰ ਤੁਸੀਂ ਹੁਣ ਤੱਕ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਵੀਡੀਓਜ਼ ਦੀ ਪਲੇਲਿਸਟ ਦਾ ਲਿੰਕ ਦੇਖ ਸਕਦੇ ਹੋ ਅਤੇ ਉਸ 'ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ। ਮੈਂਟਲ ਐਬਿਲਿਟੀ ਅਤੇ ਐਗਰੀਕਲਚਰ ਦੀਆਂ ਵੀਡੀਓਜ਼ ਦੀ ਸੀਰੀਜ਼ ਵੀ ਆਪਾਂ ਆਲਰੇਡੀ ਸਟਾਰਟ ਕੀਤੀ ਹੋਈ ਹੈ। ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਤਾਂ ਆਪਾਂ ਹੁਣ ਸਟਾਰਟ ਕਰਦੇ ਹਾਂ ਇਹ ਵੀਡੀਓ, ਜੋ ਕਿ ਹੈ ਡੇਟਾ ਇੰਟਰਪ੍ਰੀਟੇਸ਼ਨ। ਤਾਂ ਦੇਖੋ, ਫਸਟ ਕੁਐਸਚਨ ਕੀ ਹੈ, ਰੀਡ ਦਾ ਫੋਲੋਇੰਗ ਪਾਈ ਚਾਰਟ। ਇਸ ਦੇ ਵਿੱਚ ਕੀ ਹੈ, ਇਹਨਾਂ ਨੇ ਆਪਾਂ ਨੂੰ ਇੱਕ ਪਾਈ ਚਾਰਟ ਦਿੱਤਾ ਹੋਇਆ ਹੈ। ਟੂ ਆਨਸਰ ਦਾ ਕੁਐਸਚਨਸ ਗਿਵਨ ਬਿਲੋ, ਆਪਾਂ ਨੇ ਇਹ ਪਾਈ ਚਾਰਟ ਨੂੰ ਦੇਖ ਕੇ ਇਹਨਾਂ ਕੁਐਸਚਨ ਦੇ ਆਨਸਰ ਦੇਣੇ ਹੈ। ਫਸਟ ਕੁਐਸਚਨ ਦੇਖੋ ਕੀ ਹੈ, ਇਫ ਦਾ ਟੋਟਲ ਅਮਾਊਂਟ ਸਪੈਂਡ ਡੂਰਿੰਗ ਦਾ ਈਅਰ 1998, ਦੇਖੋ ਆਹ ਆਪਾਂ ਨੂੰ ਜੋ ਪਾਈ ਚਾਰਟ ਦਿੱਤਾ ਹੋਇਆ ਇਸ ਦੇ ਨੀਚੇ ਕੀ ਲਿਖਿਆ ਹੋਇਆ ਹੈ, ਪਰਸੈਂਟ ਆਫ ਮਨੀ ਸਪੈਂਡ ਬਾਈ ਅ ਫੈਮਲੀ ਔਨ ਵੇਰੀਅਸ ਆਈਟਮਸ ਡੂਰਿੰਗ 1998। 1998 ਦੇ ਵਿੱਚ ਕਿੰਨੇ ਪਰਸੈਂਟ ਮਨੀ ਹੈ ਜੋ ਉਹ ਸਪੈਂਡ ਹੋਈ ਸੀ ਵੇਰੀਅਸ ਆਈਟਮ 'ਤੇ, ਉਹ ਆਪਾਂ ਨੂੰ ਪਾਈ ਚਾਰਟ ਦੁਆਰਾ ਇਹਨਾਂ ਨੇ ਸ਼ੋਅ ਕੀਤਾ ਹੋਇਆ ਹੈ। ਅਤੇ ਹੁਣ ਇਹਨਾਂ ਨੇ ਕਿਹਾ ਹੈ, ਕਹਿੰਦੇ ਜੇ ਟੋਟਲ ਅਮਾਊਂਟ ਜਿੰਨੀ ਸਪੈਂਡ ਕੀਤੀ ਹੈ 1998 ਦੇ ਵਿੱਚ, ਜੇ ਉਹ 46,000 ਹੋਵੇ ਤਾਂ ਆਪਾਂ ਨੇ ਕੀ ਦੱਸਣਾ ਹੈ, ਤਾਂ ਅਮਾਊਂਟ ਸਪੈਂਡ ਔਨ ਫੂਡ ਵਾਜ਼, ਤਾਂ ਫੂਡ ਦੇ ਉੱਪਰ ਕਿੰਨਾ ਅਮਾਊਂਟ ਸਪੈਂਡ ਹੋਇਆ। ਦੇਖੋ ਹੁਣ ਫੂਡ ਦੇ ਉੱਪਰ ਕਿੰਨੀ ਪਰਸੈਂਟੇਜ ਜੋ ਸਪੈਂਡ ਹੋਈ ਹੈ ਉਹ ਹੈ 23%। ਤਾਂ ਦੇਖੋ ਫੂਡ ਦੇ ਉੱਤੇ ਹੋਈ ਹੈ 23%, ਤਾਂ 100% ਆਪਣੇ ਕੋਲ ਆਹ ਹੈ। ਇਸ ਦਾ ਮਤਲਬ 46,000 ਦਾ ਆਪਾਂ 23% ਕਰਾਂਗੇ। ਤਾਂ ਦੇਖੋ 23% ਬਾਏ 46,000, 2 ਜ਼ੀਰੋ ਨਾਲ 2 ਜ਼ੀਰੋ ਕੈਂਸਲ ਹੋ ਗਈਆਂ। ਜਦੋਂ ਆਪਾਂ ਇਸ ਨੂੰ ਮਲਟੀਪਲਾਈ ਕਰਾਂਗੇ ਤਾਂ ਇਹ ਆਏਗਾ 10580, ਮਤਲਬ ਉਸ ਫੈਮਿਲੀ ਦੇ 23% ਮਤਲਬ 10,580 ਰੁਪਏ ਜੋ ਉਹ ਫੂਡ ਦੇ ਉੱਪਰ ਖਰਚ ਹੋ ਗਏ। ਤਾਂ ਇਸ ਦਾ ਆਨਸਰ ਆਏਗਾ ਸੈਕਿੰਡ ਆਪਸ਼ਨ 10,580 ਰੁਪਏ। ਨੈਕਸਟ ਹੈ, ਇਫ ਦਾ ਟੋਟਲ ਅਮਾਊਂਟ ਸਪੈਂਡ ਵਾਜ਼, ਜੇ ਆਪਾਂ ਨੇ ਟੋਟਲ ਅਮਾਊਂਟ 46,000 ਖਰਚ ਹੋਈ ਹੈ, ਹਾਊ ਮਚ ਸਪੈਂਡ ਔਨ ਕਲੋਥਿੰਗਸ ਐਂਡ ਹਾਊਸਿੰਗਸ ਟੂਗੈਦਰ। ਕਲੋਥਿੰਗ ਅਤੇ ਹਾਊਸਿੰਗ ਦੇ ਜੇ ਆਪਾਂ ਦੇਖੀਏ ਤਾਂ ਟੋਟਲ ਕਿੰਨੀ ਅਮਾਊਂਟ ਖਰਚ ਹੋਈ। ਤਾਂ ਦੇਖੋ ਕਲੋਥਿੰਗ 'ਤੇ ਕਿੰਨੀ ਖਰਚ ਹੋਈ, 10%, ਹਾਊਸਿੰਗ 'ਤੇ 15%, ਤਾਂ ਟੋਟਲ ਕਿੰਨੀ ਹੋ ਗਈ 25%। ਤਾਂ 46,000 ਦਾ ਆਪਾਂ ਕੀ ਕਰਾਂਗੇ 25%, ਠੀਕ ਹੈ। 100 ਨਾਲ 100 ਕੱਟ ਗਿਆ, ਤਾਂ ਹੁਣ ਆਪਾਂ ਜਦੋਂ ਇਸ ਨੂੰ ਮਲਟੀਪਲਾਈ ਕਰਾਂਗੇ ਤਾਂ ਇਹ ਆਏਗਾ 11500, ਠੀਕ ਹੈ। ਮਤਲਬ ਉਸਦੇ ਕਲੋਥਿੰਗ ਅਤੇ ਹਾਊਸਿੰਗ 'ਤੇ ਜੇ ਆਪਾਂ ਦੋਨੇ ਇਕੱਠੇ ਦੇਖੀਏ ਤਾਂ ਕਿੰਨੇ ਰੁਪਏ ਖਰਚ ਹੋਏ, 11,500। ਤਾਂ ਇਸ ਦਾ ਆਨਸਰ ਆਏਗਾ ਫਸਟ ਆਪਸ਼ਨ 11,500। ਨੈਕਸਟ ਹੈ, ਦ ਰੇਸ਼ੋ ਆਫ ਦ ਟੋਟਲ ਅਮਾਊਂਟ ਆਫ ਦ ਮਨੀ ਸਪੈਂਡ ਔਨ ਹਾਊਸਿੰਗ ਟੂ ਦੈਟ ਸਪੈਂਡ ਔਨ ਐਜੂਕੇਸ਼ਨ ਵਾਜ਼। ਕਹਿੰਦੇ ਜੇ ਆਪਾਂ ਰੇਸ਼ੋ ਦੇਖੀਏ, ਜਿੰਨੀ ਉਸਦੀ ਹਾਊਸਿੰਗ 'ਤੇ ਖਰਚ ਹੋਈ ਹੈ ਅਤੇ ਜਿੰਨੀ ਉਸ 'ਤੇ ਐਜੂਕੇਸ਼ਨ 'ਤੇ ਖਰਚ ਹੋਈ ਹੈ, ਤਾਂ ਦੋਨਾਂ ਦੀ ਰੇਸ਼ੋ ਕਿੰਨੀ ਹੈ। ਤਾਂ ਦੇਖੋ ਆਪਾਂ ਮੰਨ ਲੈਂਦੇ ਹਾਂ ਕਿ ਜੋ ਉਸਦੇ ਕੋਲ ਟੋਟਲ ਰੁਪੀਜ਼ ਜੋ ਹੈ ਉਹ ਹੈ 100 ਰੁਪੀਜ਼, ਜਿਸ ਦੇ ਵਿੱਚੋਂ ਉਹਦੇ ਹਾਊਸਿੰਗ 'ਤੇ ਦੇਖੋ ਕਿੰਨੇ ਖਰਚ ਹੋ ਗਏ, 15%, ਮਤਲਬ 15 ਰੁਪਏ ਰੇਸ਼ੋ। ਐਜੂਕੇਸ਼ਨ 'ਤੇ ਕਿੰਨੇ ਖਰਚ ਹੋ ਗਏ, 12 ਰੁਪਏ। ਤਾਂ 15:12 ਆ ਗਿਆ। ਜਦੋਂ ਆਪਾਂ ਇਸ ਨੂੰ ਕੈਂਸਲ ਕਰਾਂਗੇ ਤਾਂ ਦੇਖੋ 3 ਦੇ ਟੇਬਲ 'ਤੇ ਕੈਂਸਲ ਹੁੰਦਾ ਹੈ, ਇਹ 5 'ਤੇ ਅਤੇ ਇਹ 4 'ਤੇ। ਤਾਂ ਇਸ ਦਾ ਆਨਸਰ ਆ ਗਿਆ 5:4, ਜੋ ਕਿ ਹੈ ਫੋਰਥ ਆਪਸ਼ਨ। ਨੈਕਸਟ ਹੈ, ਗ੍ਰਾਫ ਸ਼ੋਜ਼ ਆ ਮੈਕਸੀਮਮ ਅਮਾਊਂਟ ਵਾਜ਼ ਸਪੈਂਡ ਔਨ। ਗ੍ਰਾਫ ਕੀ ਸ਼ੋ ਕਰਦਾ ਹੈ ਕਿ ਮੈਕਸੀਮਮ ਅਮਾਊਂਟ ਕਿਸ ਦੇ ਉੱਪਰ ਸਪੈਂਡ ਹੋ ਰਹੀ ਹੈ। ਤਾਂ ਦੇਖੋਗੇ ਤੁਸੀਂ ਇੱਥੇ ਦੇਖੋ ਮੈਕਸੀਮਮ ਅਮਾਊਂਟ ਇਸ ਵਿੱਚੋਂ ਕਿਹੜੀ ਹੈ, 23%। ਤਾਂ 23% ਦਾ ਕੀ ਆਇਆ, ਫੂਡ। ਤਾਂ ਫੂਡ 'ਤੇ ਸਭ ਤੋਂ ਜ਼ਿਆਦਾ ਅਮਾਊਂਟ ਲੱਗ ਰਹੀ ਹੈ। ਤਾਂ ਇਸ ਦਾ ਆਨਸਰ ਆਏਗਾ ਫਸਟ ਆਪਸ਼ਨ ਫੂਡ। ਨੈਕਸਟ ਹੈ, ਇਫ ਦ ਟੋਟਲ ਐਕਸਪੈਂਡੀਚਰ ਆਫ ਦ ਫੈਮਿਲੀ ਫॉर ਦ ਈਅਰ 1998 ਵਾਜ਼, ਜੇ ਟੋਟਲ ਐਕਸਪੈਂਡੀਚਰ ਉਸ ਫੈਮਿਲੀ ਦਾ 1998 ਦੇ ਵਿੱਚ 46,000 ਹੈ, ਦ ਫੈਮਿਲੀ ਸੇਵ ਡੂਰਿੰਗ ਦ ਈਅਰ, ਤਾਂ ਫੈਮਿਲੀ ਨੇ ਕਿੰਨੇ ਰੁਪਏ ਸੇਵ ਕੀਤੇ ਉਸ ਈਅਰ ਦੇ ਵਿੱਚ। ਤਾਂ ਦੇਖੋ ਹੁਣ ਇਹਨਾਂ ਨੇ ਦਿੱਤਾ ਹੋਇਆ ਸੇਵਿੰਗਸ 15%,
मतलब 46,000 का 15% उन्होंने सेव किया। तो जो आप इसमें मल्टीप्लाई करांगे तो ये आएगा 6,900। ठीक है, तो इसका आंसर आएगा थर्ड ऑप्शन 6,900। नैक्सट देखो, नैक्सट की है स्टडी द फॉलोइंग लाइन चार्ट। हुण आपां नूं की है एक लाइन चार्ट दिता, पहला की सी पाई चार्ट दिता होया सी, हुण लाइन चार्ट दिता एंड आंसर द क्वेश्चनस गिवन बिलो इट। ते आपां ने इस लाइन चार्ट नूं देख के क्वेश्चन दे आंसर देने हैं। द फॉलोइंग लाइन चार्ट रिप्रेजेंट द नंबर ऑफ एम्प्लॉयज रिक्रूटेड इन डिफरेंट ईयर्स इन अ कंपनी। इसदे विच की है जो लाइन चार्ट की रिप्रेजेंट करता है, यह रिप्रेजेंट करता है कि किहड़े साल दे विच किन्ने इंप्लॉयज कंपनी ने नौकरी ते रखे। ठीक है, तो आप देखते हैं इस विच क्वेश्चंस की है। देखो, व्हाट वाज द रेशियो ऑफ द नंबर ऑफ एम्प्लॉयज रिक्रूटेड इन द ईयर 2011 टू दैट इन 2013। आपने रेशो फाइंड करनी है जिन्ने कंपनी ने 2011 दे विच इंप्लॉयज रखे तो जिन्ने 2013 दे विच रखे। तो देखो 2011 दे विच किन्ने है 45। ठीक है, आ देखो ये हो गया 45, देखो 40 ते 50 दे विच आ रहे हैं। ठीक है, 2011 इधरों आप देखांगे। 2013 दे विच किन्ने रखे 50, देखो इधर 50 है, 2013 के सामने ये आ रहा है। ठीक है, तो 45 रेशो 50 हो गया, रेशो ही फाइंड करनी सी आपां। ठीक है, 45 रेशो 50 तो यह आ गया 9 रेशो 10 जो कि है सेकंड ऑप्शन। तो इसका आंसर आएगा सेकंड ऑप्शन 9 रेशो 10। नैक्सट है द नंबर ऑफ एम्प्लॉयज रिक्रूटेड इन द ईयर 2012। 2012 दे विच जिन्ने एम्प्लॉयज रिक्रूट किए सी कंपनी ने वॉज वट परसेंट ऑफ द नंबर ऑफ एम्प्लॉयज रिक्रूटेड इन द ईयर 2014। 2012 दे विच जिन्ने एम्प्लॉयज रिक्रूट किए सी ओह कितना परसेंट है जिहड़े एम्प्लॉयज 2014 दे विच रिक्रूट किए सी। तो यही देखो आप किवें कैलकुलेट करांगे। तो देखो हुण पहला तो 2012 दे विच देखो कि किन्ने एम्प्लॉयज रिक्रूट किए 25। ठीक है, तो 2014 दे विच किन्ने किते 40। 40 का कितना परसेंट है 25, तो आप किवें कड्डांगे 25/40 इंटू 100। ठीक है, तो देखो हुण इनू आप कट दिए जे 10 ते इनू कट दिए 25 ते, तो आ गया 25/25 625/10, तो यह कितना आ गया 62.5। ठीक है, तो इसका आंसर आ गया थर्ड ऑप्शन 62.5%। नेक्स्ट है द टोटल नंबर ऑफ एम्प्लॉयज बिफोर द ईयर 2010 वॉज। जे आप ये देखिए कि टोटल नंबर ऑफ एम्प्लॉयज जोड़े कि 2010 तो पहला है वो किन्ने सी रिक्रूट किए उन्होंने 640, मतलब 640 एम्प्लॉयज सी 2010 तो पहला। दैन द टोटल नंबर ऑफ एम्प्लॉयज आफ्टर 2014 तक टोटल नंबर ऑफ एम्प्लॉयज किन्ने हो गए। तो अपने हम दसना है कि किन्ने किन्ने एम्प्लॉयज उसने रिक्रूट किए, आप सारे टोटल करांगे। 640 देखो पहला सी। ठीक है, 2010 दे विच देखो किन्ने होए, 2010 दे विच होए 35, उस तो बाद 2011 दे विच होए 45, 2012 दे विच किन्ने होए 25, 2013 दे विच 50, 2014 दे विच 40। ठीक है, तो हुण आपां इसदा टोटल करांगे। तो देखो जो आप इन्हां दा टोटल करांगे तो यह अपने को आ जाएगा 195। ठीक है, तो 640 प्लस 195 देखो कितना हो गया 5 13 835, मतलब 2014 तो बाद उन्होंने किन्ने इंप्लॉयज होंगे 835 जो कि है सेकंड ऑप्शन। तो इसका आंसर आया सेकंड ऑप्शन 835। नेक्स्ट है इफ द नंबर ऑफ एम्प्लॉयज बिफोर 2010 वॉज, इन्होंने किया है कि 2010 तो पहला किन्ने एम्प्लॉयज है 640। वट परसेंट वॉज इनक्रीज इन 2010, 2010 दे विच किन्ने परसेंट इनक्रीज होगी। देखो हुण 2010 दे विच किन्ने एम्प्लॉयज आ गए इहदे विच 35। ठीक है, 35 एम्प्लॉयज आ गए, पहला किन्ने सी 640, तो किन्ने परसेंट इनक्रीज होया 35/640 इंटू 100। तो देखो हुण जे आपां इसनूं 4 के टेबल से कट्टीए तो यह आ गया 160 तो यह आ गया 25। ठीक है, तो इसनूं मल्टीप्लाई करके आ गया 875/160। ठीक है, तो जो आप इसनूं सॉल्व करांगे तो यह अपने को कितना आ जाएगा, ये आएगा 5.46%।
ठीक है। बट इस देखो 5.46% तो ऑप्शन नहीं है, इस आसे पासे किहड़ी ऑप्शन है, तो ये है जे आप इसनूं कर दिए राउंड ऑफ 5%, इसनूं आप यही लिख सकते हैं, ठीक है। तो इस आंसर आया सेकंड ऑप्शन 5.5%। नेक्स्ट है द नंबर ऑफ एम्प्लॉयज रिक्रूटेड इन 2015 वाज 40% मोर दैन रिक्रूटेड इन 2014। ਕਹਿੰਦੇ 2014 ਦੇ ਵਿੱਚ ਜਿੰਨੇ ਇੰਪਲੋਇਜ਼ ਰਿਕਰੂਟ ਕੀਤੇ ਸੀ 2015 ਦੇ ਵਿੱਚ ਉਸ ਨਾਲੋਂ 40% ਜ਼ਿਆਦਾ ਕੀਤੇ। ਤਾਂ 2015 ਦੇ ਵਿੱਚ ਕਿੰਨੇ ਇੰਪਲੋਇਜ਼ ਰਿਕਰੂਟ ਕੀਤੇ, ਤਾਂ ਦੇਖੋ 2014 ਦੇ ਵਿੱਚ ਰਿਕਰੂਟ ਦੇਖੋ ਕਿੰਨੇ ਕੀਤੇ ਸੀ 40, ਠੀਕ ਹੈ। ਤਾਂ ਹੁਣ 2015 ਦੇ ਵਿੱਚ ਉਹਦੇ ਨਾਲੋਂ 40% ਜ਼ਿਆਦਾ ਕੀਤੇ, ਤਾਂ 40 ਦਾ 40% ਦੇਖੋ ਕਿੰਨਾ ਹੋ ਗਿਆ, ਇੱਕ ਜ਼ੀਰੋ ਨਾਲ ਇੱਕ ਜ਼ੀਰੋ ਤੇ ਦੂਸਰੀ ਜ਼ੀਰੋ ਨਾਲ ਦੂਸਰੀ ਜ਼ੀਰੋ ਕੱਟ ਗਈ, ਤਾਂ ਇਹ ਆਪਣੇ ਕੋਲ ਆ ਗਿਆ 16। ਹੁਣ ਇਹਨਾਂ ਨੇ ਕਿ 40% ਜ਼ਿਆਦਾ ਕੀਤੇ, ਮਤਲਬ ਉਹ ਤਾਂ ਕੀਤੇ ਹੀ ਕੀਤੇ, ਮਤਲਬ 40 ਰਿਕਰੂਟ ਤਾਂ ਕੀਤੇ ਹੀ ਕੀਤੇ ਤੇ 40% ਜ਼ਿਆਦਾ ਕੀਤੇ। 40% ਮਤਲਬ 16 ਪਲੱਸ 16 ਕਿੰਨੇ ਇੰਪਲੋਇਜ਼ ਰਿਕਰੂਟ ਕੀਤੇ 56। ਤਾਂ 2015 ਦੇ ਵਿੱਚ ਦੇਖੋ ਕਿੰਨੇ ਇੰਪਲੋਇਜ਼ ਰਿਕਰੂਟ ਕੀਤੇ 56, ਜੋ ਕਿ ਹੈ ਫਸਟ ਆਪਸ਼ਨ। ਤਾਂ ਇਸ ਦਾ ਆਨਸਰ ਆਇਆ ਫਸਟ ਆਪਸ਼ਨ 56। Next है the bar graph given below shows the number of students in 6 sections of a class 6th of certain student। बार ग्राफ ਹੁਣ ਆਪਾਂ ਨੂੰ ਦਿੱਤਾ ਹੋਇਆ ਇਹਨਾਂ ਨੇ, ਉਹਦੇ ਵਿੱਚ ਕੀ ਹੈ ਟੋਟਲ ਨੰਬਰ ਆਫ ਸਟੂਡੈਂਟਸ ਦਿੱਤੇ ਹੋਏ ਹੈ 6 ਸੈਕਸ਼ਨ ਦੇ ਆਫ ਕਲਾਸ 6th, 6th ਕਲਾਸ ਦੇ ਅਲੱਗ-ਅਲੱਗ ਸੈਕਸ਼ਨ ਦੇ ਸਟੂਡੈਂਟਸ ਦਿੱਤੇ ਹੋਏ ਹੈ। ਯੂਜ਼ਿੰਗ ਦਿਸ ਗ੍ਰਾਫ ਆਨਸਰ ਦਾ ਕੁਐਸਚਨ, ਤੇ ਆਪਾਂ ਨੇ ਇਸ ਗ੍ਰਾਫ ਨੂੰ ਯੂਜ਼ ਕਰਕੇ ਕੁਐਸਚਨ ਦੇ ਆਨਸਰ ਦੇਣੇ ਹੈ। देखो फर्स्ट है विच टू सैक्शनस हैव द सेम नंबर ऑफ स्टूडेंट, किहड़े दो सैक्शन है जिन्हां दे स्टूडेंट्स सेम है। तो देखो बार ग्राफ में देख के तुहानूं पता लग रहा है कि ए ते एफ देखो दोनों दे स्टूडेंट सेम है, तो इसका आंसर आएगा सेकंड ऑप्शन सैक्शन ए एंड सैक्शन एफ। नेक्स्ट है व्हाट इज द रेशियो ऑफ द नंबर ऑफ स्टूडेंट्स इन सैक्शन ए टू दैट इन सैक्शन सी। जे पर रेशो देखनी होवे ए ते सी सैक्शन दे स्टूडेंट सी, तो देखो आप किवें देखांगे। ए सैक्शन दे विच किन्ने स्टूडेंट्स है 34, 33 ते 35 दे विच दा ग्राफ, तो 34 स्टूडेंट्स है। उस तो बाद देखो सी सैक्शन दे विच किन्ने है, सी सैक्शन दे विच है 31 स्टूडेंट, ठीक है। तो इसकी रेशो आ गई 34 रेशो 31, जो कि है फोर्थ ऑप्शन। तो इसका आंसर आया फोर्थ ऑप्शन 34 रेशो 31। नेक्स्ट है व्हाट इज द टोटल नंबर ऑफ स्टूडेंट्स इन क्लास 6 ਦੇ ਵਿੱਚ ਕਿੰਨੇ ਟੋਟਲ ਸਟੂਡੈਂਟਸ ਹੈ। ਦੇਖੋ ਇਹ ਆਪਾਂ ਨੂੰ ਸਾਰਾ 6 ਦਾ ਗ੍ਰਾਫ ਦਿੱਤਾ ਹੋਇਆ ਹੈ, 6 ਦੇ ਅਲੱਗ-ਅਲੱਗ ਸੈਕਸ਼ਨਸ ਦਾ, ਤਾਂ ਆਪਾਂ ਨੇ ਟੋਟਲ ਦੱਸਣਾ ਹੈ ਕਿ A ਤੇ B C D E F ਜਦ ਟੋਟਲ ਸਟੂਡੈਂਟਸ ਦੇਖੀਏ 6th ਕਲਾਸ ਦੇ ਵਿੱਚ ਤਾਂ ਕਿੰਨੇ ਹੈ। ਤਾਂ ਕੀ ਕਰਾਂਗੇ ਆਪਾਂ 34 ਪਲੱਸ 35 ਪਲੱਸ 31 ਪਲੱਸ 32 ਪਲੱਸ 33 प्लस 34, ठीक है। जो आप इसमें टोटल करांगे तो ये अपने को आएगा 199, ठीक है। मतलब 6th क्लास के टोटल स्टूडेंट्स किन्ने हैं 199, जो कि है थर्ड ऑप्शन। नेक्स्ट है द रेशो ऑफ द स्टूडेंट्स इन सैक्शन बी एंड सैक्शन सी इज। रेशो अपने फाइंड करनी है कि बी ते सी दे स्टूडेंट्स सी। देखो बी सैक्शन दे विच किन्ने स्टूडेंट्स है 35, ठीक है। सी दे विच किन्ने स्टूडेंट्स है 31, दोनों की रेशो किन्नी आ गई 35 रेशो 31, जो कि है थर्ड ऑप्शन। तो इसका आंसर आया 35 रेशो 31। नेक्स्ट है द परसेंटेज ऑफ स्टूडेंट इन सैक्शन सी आउट ऑफ द टोटल नंबर ऑफ स्टूडेंट इन क्लास 6th इज अप्रोक्सीमेटली। जो सी सैक्शन के स्टूडेंट्स है वो किन्ने परसेंट है जो टोटल स्टूडेंट्स है 6th क्लास के। तो देखो किन्ने स्टूडेंट्स है सी सैक्शन के सी सैक्शन के है 31 स्टूडेंट्स। टोटल स्टूडेंट्स किन्ने हैं आप पिछले क्वेश्चन देख के आए हैं, ये है 199, ठीक है। तो हुण आप इसनूं सॉल्व करांगे। तो देखो हुण इन्होंने किया अप्रोक्सीमेटली, ठीक है। तो हुण देखो जो अप्रोक्सीमेटली दिता होवे तो हुण जे देखो ये 200 हुंदा ते 2 ते पूरा कट्टिया जांदा, तो इसनूं आपां 2 ते ही कट के चलते हैं, ठीक है, क्योंकि आप आसे पासे की वैल्यू भी फाइंड करनी है। तो देखो ये कितना आया 15.5 आया, ठीक है। हुण 15.5 के आसे पासे देखो किहड़ी वैल्यू है, यही वैल्यू है। तो इसका आंसर आया फोर्थ ऑप्शन 15.57%।
ਨੈਕਸਟ ਹੈ ਦ ਟੇਬਲ, ਆਪਾਂ ਨੂੰ ਇੱਕ ਟੇਬਲ ਦਿੱਤਾ ਹੋਇਆ ਹੈ, ਗਿਵਨ ਹੇਅਰ ਸ਼ੋਜ਼ ਅ ਪ੍ਰੋਡਕਸ਼ਨ ਆਫ 5 ਟਾਈਪਸ ਆਫ ਕਾਰ, ਜਿਹੜਾ ਕਿ 5 ਟਾਈਪਸ ਦੇ ਕਾਰ ਦੀ ਪ੍ਰੋਡਕਸ਼ਨ ਸ਼ੋ ਕਰਦਾ ਹੈ ਬਾਈ ਅ ਕੰਪਨੀ ਇਨ ਦ ਈਅਰ, ਇੱਕ ਕੰਪਨੀ ਦੁਆਰਾ ਜੋ 5 ਕਾਰਸ ਦੀ ਪ੍ਰੋਡਕਸ਼ਨ ਹੋਈ ਹੈ ਉਹ ਟੇਬਲ ਦੇ ਵਿੱਚ ਇਹ ਦਿੱਤੀ ਹੋਈ ਹੈ, ਤੇ ਆਪਾਂ ਨੂੰ ਦੱਸਿਆ ਹੈ ਕਿ ਕਿਹੜੇ ਕਿਹੜੇ ਈਅਰ ਦੇ ਵਿੱਚ ਕਿੰਨੀ ਕਿੰਨੀ ਪ੍ਰੋਡਕਸ਼ਨ ਹੋਈ ਹੈ। ਠੀਕ ਹੈ, ਸਟੱਡੀ ਦ ਟੇਬਲ ਐਂਡ ਆਨਸਰ ਕੁਐਸਚਨਸ, ਆਪਾਂ ਨੇ ਇਸ ਟੇਬਲ ਨੂੰ ਸਟੱਡੀ ਕਰਨਾ ਹੈ ਤੇ ਕੁਐਸਚਨਸ ਦੇ ਆਨਸਰ ਦੇਣੇ ਹੈ। देखो फर्स्ट है, इन विच ईयर द प्रोडक्शन ऑफ कार्स ऑफ ऑल टाइप्स टेकन टुगेदर वाज अप्रॉक्सीमेटली इक्वल टू द एवरेज ऑफ द टोटल प्रोडक्शन ड्यूरिंग द पीरियड। देखो हुण इस विच की क्या होया है, कहंदे जे आपां यही लैके चलीए कि टोटल अपने कोल जिन्नी प्रोडक्शन हुई है, मतलब टोटल इन्नी प्रोडक्शन हुई है, तो इस दे विच किहड़े ईयर दे विच एवरेज दे नेड़े तेड़े प्रोडक्शन हुई है। ठीक है, तो एवरेज आप किवें कैलकुलेट करांगे, 476 बाय किन्ने ईयर्स है, 1 2 3 4 5 6 ईयर्स है, तो देखो इसको डिवाइड करो, ये आ गया 79.33। ठीक है, तो देखो इनू आप किहदे इक्वल लै सकते हैं, इनू आप लै सकते हैं 80 के इक्वल। ठीक है, क्योंकि इन्होंने इतने अप्रॉक्सीमेटली क्या सी, तो देखो 80 प्रोडक्शन किहड़ी ईयर दे विच होई है, 1993 दे विच। ठीक है, तो इसका आंसर आया थर्ड ऑप्शन 1993। नेक्स्ट है, इन विच ईयर द टोटल प्रोडक्शन ऑफ कार्स ऑफ टाइप P and Q टुगेदर वाज इक्वल टू द टोटल प्रोडक्शन ऑफ कार्स ऑफ टाइप R and S। ਆਪਾਂ ਨੇ ਇਹ ਦੱਸਣਾ ਹੈ ਕਿ ਕਿਹੜੇ ਈਅਰ ਦੇ ਵਿੱਚ ਜੋ ਪ੍ਰੋਡਕਸ਼ਨ ਹੈ, ਜਿੰਨੀ ਪ੍ਰੋਡਕਸ਼ਨ P ਤੇ Q ਨੇ ਇਕੱਠੇ ਮਿਲ ਕੇ ਕੀਤੀ ਹੈ ਉਨੀ ਪ੍ਰੋਡਕਸ਼ਨ R ਤੇ S ਨੇ ਟੁਗੇਦਰ ਕੀਤੀ ਹੈ। ਠੀਕ ਹੈ, ਤਾਂ ਹੁਣ ਦੇਖੋ ਆਪਾਂ ਹਰ ਇੱਕ ਈਅਰ ਦੇ ਵਿੱਚ P ਤੇ Q ਦਾ ਸਮ ਕੈਲਕੂਲੇਟ ਕਰਕੇ ਦੇਖਦੇ ਹਾਂ ਤੇ R ਤੇ S ਦਾ ਸਮ ਕੈਲਕੂਲੇਟ ਕਰਕੇ ਦੇਖਦੇ ਹਾਂ। ਦੇਖੋ ਹੁਣ ਜੇ ਆਪਾਂ ਇਹਦੇ ਵਿੱਚ ਇਹਨਾਂ ਦੋਨਾਂ ਦਾ ਸਮ ਕਰਾਂਗੇ ਤਾਂ ਇਹ ਬਣ ਗਿਆ 24 ਤੇ ਇਹ ਬਣ ਗਿਆ 25। ਠੀਕ ਹੈ, ਇਕੁਅਲ ਨਹੀਂ ਹੈ। ਉਸ ਤੋਂ ਬਾਅਦ ਦੇਖੋ ਇਹ ਬਣ ਗਿਆ 30 ਤੇ ਇਹ ਬਣ ਗਿਆ 23, ਤਾਂ ਇਹ ਵੀ ਇਕੁਅਲ नहीं है। नैक्सट देखो ये बन गया 30 तो यह बन गया 26, ये भी इक्वल नहीं है। ये बन गया 29 तो यह बन गया 31, ये भी इक्वल नहीं है। तो देखो ये बन गया 33 तो यह बन गया 33, ये दोनों इक्वल हो गए। ठीक है, तो पी क्यू तो आर एस दोनों जो मिल के काम करते हैं, पी क्यू तो आर एस, तो दोनों की प्रोडक्शन जो सेम है वो किहड़े ईयर दे विच है, वो है 1993 दे विच। तो इसका आंसर आएगा 1993, बट वो ऑप्शन दे विच नहीं है, तो इसका आंसर आएगा फोर्थ ऑप्शन नन ऑफ दी अबव। देखो इस तुसीं नन ऑफ दी अबव लगाने तो पहला ना एक बार जो 1 ईयर बच गया वो भी चैक कर लेना। ठीक है, क्योंकि हो सकता है कि उस भी सेम हो, बट देखो इस सेम नहीं है, ये 20 बन रहा है, ये 39 बन रहा है। ठीक है, तो इसका आंसर आएगा नन ऑफ दी अबव। नैक्सट है, ड्यूरिंग द पीरियड 1989 टू 94 जे आप सारे ईयर्स की गल करिए, इन विच टाइप ऑफ कार वॉज कॉन्टीन्यूस इंक्रीज इन प्रोडक्शन। तो इस आपने दसना है कि किहड़े कार दे विच इंक्रीज हुई है, हमेशा इंक्रीज हुई है प्रोडक्शन दे विच। तो देखो इस दे विच की है 8 तो 20 चला गया, फिर घट गई, मतलब P नहीं है। उस तो बाद Q दे विच देखो घट गई। ठीक है, तो ये भी नहीं है। आर दे विच देखो इत्थे ही घट गई, तो ये भी नहीं है। हुण एस दे विच देखो वध गई, इत्थे भी वधी है, इत्थे भी वधी है, इत्थे भी वधी है, इत्थे भी वधी है। ठीक है, इसका मतलब कॉन्टीन्यूस इहदे विच इंक्रीज हो रही है प्रोडक्शन दे विच, तो इसका आंसर आएगा फोर्थ ऑप्शन एस। नेक्स्ट है, द प्रोडक्शन ऑफ विच टाइप ऑफ कार वॉज 25% of the total production of all types of cars during 1993। जे आप कल्ले 1993 की गल करिए तो कहते किहड़ी कार है जिसने 25% प्रोड्यूस किया टोटल प्रोडक्शन का। तो देखो टोटल प्रोडक्शन हुई है 80 का 25% कितना हो गया 20, तो 20 की प्रोडक्शन है, 20 प्रोडक्शन है एस दी। ठीक है, तो इसका आंसर आएगा एस, जो कि है फर्स्ट ऑप्शन। नेक्स्ट है, द परसेंटेज इंक्रीज इन टोटल प्रोडक्शन ऑफ ऑल टाइप्स ऑफ कार्स इन 1992 टू दैट इन 1991 वॉज। आपने दसना है कि 1991 तो लैके 1992 के विच कितनी प्रोडक्शन इंक्रीज होगी, किन्ने परसेंट इंक्रीज होगी टोटल प्रोडक्शन के। तो देखो 1991 के विच सी 75, हुण कितना हो गया
1992 ਦੇ ਵਿੱਚ 90, ਦੇਖੋ 75 ਤੋਂ 90 ਹੋ ਰਿਹਾ, ਠੀਕ ਹੈ, ਤਾਂ ਕਿੰਨਾ ਵੱਧ ਗਿਆ 15, ਕਿਹਦੇ ਤੋਂ ਵਧਿਆ 75 ਤੋਂ ਵਧਿਆ ਇੰਟੂ 100, ਠੀਕ ਹੈ, 15 ਭਾਜੇ 75, 5 ਨਾਲ ਇਹ ਕੈਂਸਲ ਹੋ ਗਿਆ ਤਾਂ ਇਹ ਆ ਗਿਆ 20%, ਤਾਂ 20% ਪ੍ਰੋਡਕਸ਼ਨ ਵੱਧ ਗਈ 1991 ਤੋਂ 1992 ਤੱਕ, ਤਾਂ ਇਸ ਦਾ ਆਨਸਰ ਆਏਗਾ ਸੈਕਿੰਡ ਆਪਸ਼ਨ 20%। ਤਾਂ ਇਹ ਸੀ ਡੇਟਾ ਇੰਟਰਪ੍ਰੀਟੇਸ਼ਨ ਦੇ ਕੁਐਸਚਨ। ਡੇਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਇਹੀ 4 ਤਰ੍ਹਾਂ ਦੇ ਕੁਐਸਚਨ ਆਉਂਦੇ ਆ। ਇੱਕ ਤਾਂ ਹੋ ਗਿਆ ਪਾਈ ਚਾਰਟ, ਇੱਕ ਹੋ ਗਿਆ ਲਾਈਨ ਚਾਰਟ, ਇੱਕ ਹੋ ਗਿਆ ਬਾਰ ਗ੍ਰਾਫ ਤੇ ਇੱਕ ਹੋ ਗਿਆ ਟੇਬਲ, ਠੀਕ ਹੈ। ਇਸੇ 4 ਤਰ੍ਹਾਂ ਦੇ ਕੁਐਸਚਨਸ ਆਉਣਗੇ। ਤੁਸੀਂ ਹੁਣ ਕੋਈ ਵੀ ਕੁਆਂਟ ਦੀ ਬੁੱਕ ਲੈ ਕੇ ਉਹਦੇ ਵਿੱਚੋਂ ਇਹਨਾਂ ਕੁਐਸਚਨਸ ਦੀ ਪ੍ਰੈਕਟਿਸ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹਨਾਂ ਕੁਐਸਚਨ ਦੇ ਵਿੱਚ ਕੁਝ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ, ਜਾਂ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ। ਈਮੇਲ ਆਈਡੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਹੋਈ ਹੈ। ਇਸ ਵੀਡੀਓ ਵਿੱਚ ਇੰਨਾ ਹੀ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਨੈਕਸਟ ਵੀਡੀਓ ਵਿੱਚ ਆਪਾਂ ਟਾਈਮ ਐਂਡ ਵਰਕ ਦੇ ਕੁਐਸਚਨਸ ਦੇਖਾਂਗੇ। ਤਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਤੇ ਜੇਕਰ ਤੁਸੀਂ ਸਾਡੇ ਚੈਨਲ ਦੀ ਸਟੱਡੀ ਮੀਟਰ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਅਤੇ ਨਾਲ ਹੀ ਬੈਲ ਆਈਕਨ ਹੈ ਉਸ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਥੈਂਕ ਯੂ।